ਹੈਲੋ ਫਰੈਂਡਸ, ਵੈਲਕਮ ਟੂ ਸਟੱਡੀ ਫॉर ਐਲਵਸ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਆਪਣੇ ਚੈਨਲ ਸਟੱਡੀ ਫॉर ਐਲਵਸ ਦੇ ਉੱਪਰ। ਜੋ ਸਾਡਾ ਟੌਪਿਕ ਚੱਲ ਰਿਹਾ ਸੀ ਬੇਸਿਕ ਕਨਸੈਪਟਸ ਆਫ ਕੈਮਿਸਟਰੀ, ਪਾਰਟ 1 ਉਹਦਾ ਕੰਪਲੀਟ ਹੋ ਗਿਆ। ਪਾਰਟ 2 ਦੀ ਅੱਜ ਆਪਾਂ ਡਿਸਕਸ਼ਨ ਕਰਾਂਗੇ, ਜਿਸ ਦੇ ਵਿੱਚ ਅੱਜ ਆਪਣਾ ਫਸਟ ਟੌਪਿਕ ਹੈਗਾ ਦੈਟ ਇਜ਼ ਟੌਪਿਕ ਵਾਈਜ਼ ਜੇਕਰ ਅੱਜ ਗੱਲ ਕਰੀਏ ਤਾਂ ਆਪਣਾ ਰਹੂਗਾ ਅਨਸਰਟੇਨਿਟੀ ਇਨ ਮੈਜਰਮੈਂਟ, law of chemical combinations and Dalton atomic theory। ਅਨਸਰਟੇਨਿਟੀ ਇਨ ਮੈਜਰਮੈਂਟ ਦੇ ਵਿੱਚ ਹੈਗਾ ਦੈਟ ਇਜ਼ ਹਾਊ ਟੂ ਕੈਲਕੂਲੇਟ ਮੈਥੇਮੈਟੀਕਲ ਕੈਲਕੂਲੇਸ਼ਨਸ ਔਨ ਨੰਬਰਸ ਰਿਟਨ ਇਨ ਸਾਇੰਟੀਫਿਕ ਨੋਟੇਸ਼ਨ। ਐਡੀਸ਼ਨ ਦੇ ਵਿੱਚ ਸਬਟਰੈਕਸ਼ਨ, ਮਲਟੀਪਲੀਕੇਸ਼ਨ ਐਂਡ ਡਿਵਾਈਡ ਦੇ ਵਿੱਚ ਕਿੱਦਾਂ ਅਸੀਂ ਸੋਲਵ ਕਰਾਂਗੇ ਕੁਛ ਨੋਟੇਸ਼ਨਸ ਨੂੰ। ਤਾਂ ਦੇਖੋ ਇੱਧਰ ਦੈਟ ਇਜ਼ ਐਡੀਸ਼ਨ ਦੇ ਵਿੱਚ ਜੇਕਰ ਹੈ ਦੈਟ ਇਜ਼ 6.62 ਇੰਟੂ 10⁴, 4.31 ਇੰਟੂ 10⁻³ ਦੇਖੋ ਇਹਦੇ ਵਿੱਚ ਕੀ ਹੈਗਾ, ਤੁਸੀਂ ਕਿਵੇਂ ਨੂੰ ਸੋਲਵ ਕਰਨਾ ਹੈ। ਤੁਸੀਂ ਦੇਖ ਸਕਦੇ ਹੋ 10⁴ ਹੈ ਅਤੇ 10⁻³ ਹੈ। ਫਸਟ ਆਫ ਆਲ ਤੁਸੀਂ ਇਹਨੂੰ ਸੇਮ ਕਰਨਾ ਹੈ, ਠੀਕ ਹੈ। ਇਹਦੀ ਪਾਵਰ ਨੂੰ ਸੇਮ ਕਰਕੇ ਇਹਨੂੰ ਸੋਲਵ ਕਰ ਲੈਣਾ। ਇਹਨੂੰ ਪਾਵਰ ਨੂੰ ਸੇਮ ਕਰਨ ਵਾਸਤੇ ਤੁਸੀਂ 4.31 ਨੂੰ ਕੀ ਲਿਖ ਲਿਆ 0.431 ਐਂਡ ਉਸ ਤੋਂ ਬਾਅਦ ਇਹ ਦੋਨੋਂ ਸੇਮ ਹੋ ਜਾਣਗੇ। ਫਿਰ ਤੁਸੀਂ ਕਾਮਨ ਕੱਢ ਕੇ ਇਹਨੂੰ ਸੋਲਵ ਕਰ ਸਕਦੇ ਹੋ। ਸਿੰਪਲ ਹੈਗਾ ਇਹ, ਆਲਰੇਡੀ ਇਹ ਜਿਹੜੇ ਹੈਗੇ ਨੇ ਐਸੇ ਕੁਐਸਚਨਸ ਆਪਾਂ ਆਲਰੇਡੀ ਕਰ ਚੁੱਕੇ ਹਾਂ, ਠੀਕ ਹੈ। ਸਬਟਰੈਕਸ਼ਨ ਦੇ ਵਿੱਚ ਕੀ ਹੁੰਦਾ, ਸਬਟਰੈਕਸ਼ਨ 'ਚ ਵੀ ਸੇਮ ਹੀ ਪ੍ਰੋਸੈਸ ਹੈਗਾ। ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ 10⁻⁵ ਹੈ, ਇਹਦੇ ਵਿੱਚ 10⁻⁻⁶ ਹੈ। ਪਹਿਲਾਂ ਤੁਸੀਂ ਇਹਨੂੰ ਕੀ ਕਰ ਲੈਣਾ ਹੈ, ਐਡਜਸਟ ਕਰ ਲੈਣਾ, ਠੀਕ ਹੈ। ਓਕੇ, ਐਂਡ 10⁻⁻5 ਬਣਾ ਲੈਣਾ। ਫਿਰ ਇਹਨੂੰ ਸੋਲਵ ਕਰਕੇ ਦੇਖਿਓ, ਇਹ ਸੋਲਵ ਹੋ ਜਾਊਗਾ। ਐਂਡ ਦੈਨ ਮਲਟੀਪਲੀਕੇਸ਼ਨ ਦੇ ਵਿੱਚ ਤਾਂ ਸਿੰਪਲ ਹੀ ਹੁੰਦਾ ਹੈ ਕਿ ਇਹਨਾਂ ਦੋਨਾਂ ਨੂੰ ਮਲਟੀਪਲਾਈ ਕਰ ਦਿਓ ਐਂਡ ਇਹਨਾਂ ਦੀ ਪਾਵਰ ਸੇਮ ਹੈਗੀ ਹੈ, ਸੌਰੀ ਬੇਸ ਸੇਮ ਹੈ, ਤਾਂ ਪਾਵਰ ਕੀ ਕਰ ਦੇਣਾ ਤੁਸੀਂ ਐਡ ਕਰ ਦੇਣਾ ਅਤੇ ਆਂਸਰ ਜਿਹੜਾ ਹੈ ਤੁਹਾਡਾ ਆ ਜਾਏਗਾ। ਡਿਵਾਈਡ ਦੇ ਵਿੱਚ ਕੀ ਹੁੰਦਾ, ਸਿੰਪਲੀ ਇਹਨਾਂ ਨੂੰ ਡਿਵਾਈਡ ਕਰ ਸਕਦੇ ਆ ਐਂਡ ਇਹਨਾਂ ਦੇ ਬੇਸ ਸੇਮ ਨੇ, ਪਾਵਰਸ ਨੂੰ ਮਾਈਨਸ ਕਰ ਸਕਦੇ ਹੋ ਐਂਡ ਸੋਲਵ ਕਰਕੇ ਆਂਸਰ ਜਿਹੜਾ ਤੁਹਾਡਾ ਆ ਜਾਏਗਾ। ਹਾਂ, ਠੀਕ ਹੈ ਜੀ। ਸੋ ਨੈਕਸਟ ਜਿਹੜਾ ਹੈ, ਨੈਕਸਟ ਟੌਪਿਕ ਹੈ ਕਿ ਜੋ ਐਕੂਰੇਸੀ ਹੁੰਦੀ ਹੈ ਅਤੇ ਪ੍ਰਸੀਜ਼ਨ, ਇਹ ਦੋ ਟਰਮਸ ਹੁੰਦੀਆਂ ਨੇ। ਐਕੂਰੇਸੀ ਦੱਸਿਆ ਕਿ ਪ੍ਰਸੀਜ਼ਨ ਦੀ ਤਰ੍ਹਾਂ ਸੇਮ ਹੀ ਹੁੰਦੀ ਆ। ਸੋ ਇਹਦੇ ਵਿੱਚ ਆਪਾਂ ਆਪਣਾ ਪੜ੍ਹਦੇ ਹਾਂ ਪਹਿਲਾਂ ਕੁਝ ਡੈਫੀਨੇਸ਼ਨਸ ਨੂੰ ਅਤੇ ਇੱਕ ਡਾਟਾ ਦੇ ਨਾਲ ਐਗਜ਼ਾਮਪਲ ਨੂੰ ਦੇਖਾਂਗੇ। ਫਿਰ ਦੇਖਦੇ ਹਾਂ ਕਿ ਐਕੂਰੇਸੀ ਅਤੇ ਪ੍ਰਸੀਜ਼ਨ ਜਿਹੜੇ ਨੇ ਸੇਮ ਹੁੰਦੇ ਨੇ ਜਾਂ ਨਹੀਂ। ਫਸਟ ਆਫ ਆਲ ਜਿਹੜੀ ਡੈਫੀਨੇਸ਼ਨ ਹੈ ਐਕੂਰੇਸੀ ਦੀ, ਉਹ ਕੀ ਹੈ, that is when the average value of data is close to the correct value। ਜਦੋਂ ਤੁਸੀਂ ਐਵਰੇਜ ਵੈਲਿਊ ਕੱਢੋਗੇ ਨਾ ਡਾਟਾ ਦੀ, ਉਹ ਕਰੈਕਟ ਵੈਲਿਊ ਦੇ ਕੀ ਆਉਣੀ ਚਾਹੀਦੀ ਹੈ, ਇਕੁਅਲ ਆਉਂਦੀ ਹੈ, ਤਾਂ ਤੁਸੀਂ ਕਹਿ ਸਕਦੇ ਹੋ ਵੀ ਯੈਸ ਕੀ ਹੈ, ਇਹ ਐਕੂਰੇਸੀ ਹੈਗੀ ਹੈ। ਨੈਕਸਟ ਜੋ ਹੈ ਦੈਟ ਇਜ਼ ਪ੍ਰੈਸੀਜ਼ਨ ਕੀ ਹੁੰਦਾ, ਇਫ ਦ ਵੈਲਿਊਜ਼ ਆਫ ਮੈਜਰਮੈਂਟ ਕਲੋਜ਼ ਟੂ ਈਚ ਅਦਰ। ਅਗਰ ਜੋ ਡਾਟਾ ਹੈ ਤੁਹਾਡੇ ਕੋਲੇ, ਅਗਰ ਉਹ ਵੈਲਿਊਜ਼ ਕਲੋਜ਼ ਨੇ ਇੱਕ ਦੂਸਰੇ ਦੇ, ਠੀਕ ਹੈ, ਐਂਡ ਹੈਂਸ ਅਪੋਜ਼ਡ ਟੂ ਐਵਰੇਜ ਵੈਲਿਊ, ਠੀਕ ਹੈ ਨਾ, ਅਤੇ ਐਵਰੇਜ ਵੈਲਿਊ ਦੇ ਵੀ ਅਪੋਜ਼ ਨੇ, ਮਤਲਬ ਉਹਦੇ ਇੱਥੇ ਅਪੋਜ਼ ਨਹੀਂ ਆਏਗਾ, ਕਲੋਜ਼ ਆਏਗਾ, ਠੀਕ ਹੈ। यहाँ पे आ जाएगा क्लोज, CLOSE, क्लोज आ जाएगा। ਐਂਡ ਕਲੋਜ਼ ਹੋਵੇ ਐਵਰੇਜ ਵੈਲਿਊ ਦੇ ਵੀ, ਦੈਨ ਅਸੀਂ ਕਹਾਂਗੇ ਕਿ ਉਹ ਮੈਜਰਮੈਂਟ ਨੂੰ ਕੀ ਕਹਾਂਗੇ ਅਸੀਂ, ਪ੍ਰੀਸਾਈਜ਼। ਤਾਂ ਉਹ ਜਿਹੜੀ ਮੈਜਰਮੈਂਟ ਹੈ ਉਹ ਪ੍ਰੀਸਾਈਜ਼ ਹੋਏਗੀ। ਨੈਕਸਟ ਹੈ ਕਿ ਕੁਝ ਐਗਜ਼ਾਮਪਲ ਦੇ ਨਾਲ ਇਹਨੂੰ ਅੰਡਰਸਟੈਂਡ ਕਰਦੇ ਹਾਂ। ਸਪੋਜ਼ ਦੇਅਰ ਆਰ 4 ਪਰਸਨਸ ਐਂਡ ਦੇ ਹੈਵ ਟੂ ਕਾਊਂਟ ਦ ਰਾਈਸ ਗ੍ਰੇਨਸ ਇਨ ਅ ਬਾਊਲ। 4 ਪਰਸਨਸ ਨੇ, ਉਹਦੇ ਵਿੱਚ ਕੀ ਹੈ, 4 ਇੱਕ ਬਾਊਲ ਹੈ, ਬਾਊਲ ਦੇ ਵਿੱਚ ਰਾਈਸ ਨੇ, ਠੀਕ ਹੈ। ਉਹਨਾਂ ਨੂੰ ਉਹ 4 ਪਰਸਨਸ ਕਾਊਂਟ ਕਰਦੇ ਨੇ, 5 ਟਾਈਮਸ ਕਾਊਂਟ ਕਰਦੇ ਨੇ। ਹਰੇਕ ਪਰਸਨ ਹੈ ਜਿਹੜਾ ਉਹਨੂੰ 5 ਵਾਰੀ ਕਾਊਂਟ ਕਰਦਾ। ਅਤੇ ਉਸ ਤੋਂ ਬਾਅਦ ਜਿਹੜੀ ਐਗਜ਼ੈਕਟ ਉਹਦੀ ਵੈਲਿਊ ਹੈ ਵੈਸੇ ਗ੍ਰੇਨਸ ਦੀ, ਉਹ ਹੈਗੀ ਆ ਕਰੈਕਟ ਵੈਲਿਊ ਉਹਦੀ 105 ਹੈ। ਹੁਣ ਇਸ ਡਾਟਾ ਨੂੰ ਦੇਖ ਲੈਂਦੇ ਹਾਂ ਕਿ 5 ਪਰਸਨਸ ਕਿਵੇਂ ਕਾਊਂਟ ਕਰਦੇ ਨੇ। ਦੇਖ ਸਕਦੇ ਆ ਪਰਸਨ ਏ ਹੈ, ਪਰਸਨ ਬੀ, ਪਰਸਨ ਸੀ ਐਂਡ ਪਰਸਨ ਡੀ। ਪਰਸਨ ਏ ਨੂੰ ਦੇਖੋ ਸਭ ਤੋਂ ਪਹਿਲਾਂ ਇਹ ਕਾਊਂਟ ਕਿਵੇਂ ਕਰ ਰਿਹਾ, ਦੈਟ ਇਜ਼ ਇੱਕ ਵਾਰੀ 103 ਡਾਟਾ ਦੇ ਰਿਹਾ, 104 5 6 7 ਇਹ ਡਾਟਾ ਹੈ। ਜਦੋਂ ਇਹਦੀ ਐਵਰੇਜ ਵੈਲਿਊ ਅਸੀਂ ਕੱਢੀ ਪੰਜਾਂ ਦੀ ਤਾਂ ਆ ਗਈ 105। ਦੈਟ ਮੀਨ 105 ਕਰੈਕਟ ਵੈਲਿਊ ਨਾਲ ਐਗਜ਼ੈਕਟਲੀ ਮੈਚ ਕਰ ਗਿਆ, ਇਸ ਕਰਕੇ ਇਹ ਐਕੂਰੇਟ ਵੀ ਹੈ ਐਂਡ ਸਾਰੀਆਂ ਵੈਲਿਊਜ਼ 105 ਦੇ ਬਿਲਕੁਲ ਨੇੜੇ ਨੇ, ਇਸ ਕਰਕੇ ਇਹ ਪ੍ਰੀਸਾਈਜ਼ ਵੀ ਹੈ। ਅਗਰ ਪਰਸਨ ਬੀ ਦੀ ਗੱਲ ਕਰੀਏ, ਉਹਦਾ ਡਾਟਾ ਕੀ ਹੈ 100 1 2 3 4 ਐਂਡ ਅਗਰ ਇਹਦੀ ਐਵਰੇਜ ਵੈਲਿਊ ਦੇਖੀਏ ਤਾਂ 102 ਹੈ।
ये प्रिसाइज तो है बट नॉट एक्यूरेट, ठीक है, एक्यूरेट नहीं है। क्योंकि प्रिसाइज क्यों है, क्योंकि 102 एवरेज वैल्यू है, ये वैल्यूज़ की ने दे नेड़े ने, ठीक है ना, बिल्कुल नीयर ने, इस करके इनू आप प्रिसाइज तो कहांगे बट एक्यूरेट इनू नहीं कहांगे। नैक्सट परसन सी है 101 दे रहा एक डाटा अपना 103 5 7 9 तो ये कुछ डाटा दिता है तो ये एवरेज वैल्यू 105 आई तो दैट मीन एक्यूरेट तो है बट प्रिसाइज नहीं है। प्रिसाइज क्यों नहीं है, क्योंकि ਜਿਹੜੀਆਂ ਇਹ वैल्यूज़ ने जिदा 101 हो गया 109 हो गया, ਇਹ ਜਿਹੜੀਆਂ ਵੈਲਿਊਜ਼ ਨੇ 105 ਤੋਂ ਕਾਫੀ ਕੀ ਨੇ ਗ੍ਰੇਟਰ ਨੇ, ਇਸ ਕਰਕੇ ਇਹਨੂੰ ਪ੍ਰੀਸਾਈਜ਼ ਅਸੀਂ ਨਹੀਂ ਕਹਿ ਸਕਦੇ। ਨੈਕਸਟ ਹੈ ਕਿ 100 107 109 112 13 ਇਹ ਕੁਝ ਵੈਲਿਊਜ਼ ਨੇ ਡਾਟਾ ਜਿਹੜਾ ਦਿੱਤਾ ਹੈ ਪਰਸਨ ਡੀ ਦਾ। ਅਗਰ ਐਵਰੇਜ ਵੈਲਿਊ ਦੇਖੀਏ ਤਾਂ 108 ਆਉਂਦੀ ਹੈ, ਜਾਂ ਇਹ ਕੀ ਹੈ ਨਾ ਤਾਂ ਐਵਰੇਜ ਵੈਲਿਊ ਦੇ ਬਰਾਬਰ ਆ ਰਹੀ ਹੈ ਔਰ ਨਾ ਹੀ ਇਹ ਕੀ ਹੈ ਇਹਦੇ ਨੇੜੇ ਤੇੜੇ ਵੈਲਿਊਜ਼ ਆ ਰਹੀਆਂ ਨੇ। ਹੁਣ 108 ਹੈ, 108 ਦੇ ਨੇੜੇ 100 ਨਹੀਂ ਹੈਗਾ, ਸੋ ਇਹ ਵੈਲਿਊਜ਼ ਨੀਅਰ ਵੀ ਨਹੀਂ ਹੈਗੀਆਂ, ਇਸ ਕਰਕੇ ਇਹਨੂੰ ਐਕੂਰੇਟ ਵੀ ਨਹੀਂ ਕਹਾਂਗੇ, ਪ੍ਰੀਸਾਈਜ਼ ਵੀ ਨਹੀਂ ਕਹਾਂਗੇ। ਨੈਕਸਟ ਹੈ ਸਿਗਨੀਫੀਕੈਂਟ ਫਿਗਰ। ਸਿਗਨੀਫੀਕੈਂਟ ਫਿਗਰਸ ਦੇ ਵਿੱਚ ਕੀ ਹੁੰਦਾ ਹੈ ਡਿਸਕਸ ਕਰਾਂਗੇ ਇਹਨਾਂ ਨੂੰ। ਦੈਟ ਇਜ਼ ਦ ਅਨਸਰਟੇਨਿਟੀ ਇਜ਼ ਇੰਡੀਕੇਟਡ ਬਾਈ ਰਾਈਟਿੰਗ ਦ ਸਰਟਨ ਡਿਜਿਟਸ ਐਂਡ ਦ ਲਾਸਟ ਅਨਸਰਟਨ ਡਿਜਿਟ। ਅਨਸਰਟੇਨਿਟੀ ਕਿਹਦੇ ਦੁਆਰਾ ਇੰਡੀਕੇਟ ਕੀਤੀ ਜਾਂਦੀ ਹੈ, ਦੈਟ ਇਜ਼ ਇੱਕ ਤਾਂ ਸਰਟਨ ਡਿਜਿਟ ਹੋਣਾ ਚਾਹੀਦਾ, ਇੱਕ ਅਨਸਰਟਨ ਡਿਜਿਟ ਹੋਣਾ ਚਾਹੀਦਾ ਲਾਸਟ 'ਤੇ ਹੁੰਦਾ ਜੋ। ਐਗਜ਼ਾਮਪਲ ਜਿੱਦਾਂ ਵੋਲਿਊਮ ਹੈ, ਸਪੋਜ਼ ਵੋਲਿਊਮ ਹੈਗਾ 16.3 ml ਲਗਾ ਲਓ ਜਾਂ ਲੀਟਰ ਲਗਾ ਲਓ, ਇਹਦੇ ਵਿੱਚ ਜੋ 16 ਹੈ ਸਰਟਨ ਮੈਜਰਮੈਂਟ ਹੈ, ਬਟ ਜੋ ਲਾਸਟ 'ਤੇ 3 ਲਿਖਿਆ ਹੋਇਆ ਇਹ ਅਨਸਰਟਨ ਮੈਜਰਮੈਂਟ ਹੈ, ਠੀਕ ਹੈ ਜੀ। ਦ ਅਨਸਰਟਨਿਟੀ ਵੁੱਡ ਬੀ, ਜਿਹੜੀ ਅਨਸਰਟਨਿਟੀ ਹੁੰਦੀ ਹੈ ਉਹ ਹੋ ਸਕਦਾ ਪਲੱਸ ਮਾਈਨਸ 1 ਦੀ ਹੀ ਅਨਸਰਟਨਿਟੀ ਹੋਏਗੀ, ਜਾਂ ਹੋ ਸਕਦਾ ਇੱਕ ਵੱਧ ਹੋਵੇ ਇੱਕ ਘੱਟ ਹੋਵੇ, ਠੀਕ ਹੈ। ਇਨ ਦ ਲਾਸਟ ਡਿਜਿਟ, ਲਾਸਟ ਡਿਜਿਟ ਦੀ ਗੱਲ ਹੋ ਰਹੀ ਹੈ। ਅਨਸਰਟੇਨਿਟੀ ਜੇ ਹੋਏਗੀ ਤਾਂ ਪੁਆਇੰਟ ਤੋਂ ਬਾਅਦ ਜਿਹੜਾ ਡਿਜਿਟ ਹੁੰਦਾ ਉਹਦੇ ਵਿੱਚ ਅਨਸਰਟੇਨਿਟੀ ਦੇਖਣ ਨੂੰ ਮਿਲਦੀ ਹੈ। ਨੈਕਸਟ ਟੋਪਿਕ ਹੈਗਾ ਦੈਟ ਇਜ਼ ਕਿਹੜੇ ਕਿਹੜੇ ਰੂਲਸ ਨੇ, ਠੀਕ ਹੈ ਨਾ, ਟੂ ਡਿਟਰਮਾਈਨ ਦ ਨੰਬਰ ਆਫ ਸਿਗਨੀਫਿਕੈਂਟ ਫਿਗਰਸ। ਰੂਲ ਨੰਬਰ 1 ਕੀ ਹੈ, ਰੂਲ ਨੰਬਰ 1 ਹੈ ਕਿ ਆਲ ਨੋਨ ਜ਼ੀਰੋ ਨੰਬਰਸ ਆਰ ਸਿਗਨੀਫਿਕੈਂਟ। 10 ਦੀ ਜਗ੍ਹਾ 'ਤੇ ਆਰ ਲਿਖ ਲਓ, ARE, ਠੀਕ ਹੈ। ਆਰ ਮਤਲਬ ਇਹ ਜਿਹੜੇ ਜਿੰਨੇ ਵੀ ਨੋਨ ਜ਼ੀਰੋ ਨੰਬਰ ਹੁੰਦੇ ਆ ਉਹ ਸਿਗਨੀਫਿਕੈਂਟ ਹੁੰਦੇ ਨੇ, ਜਿਵੇਂ 8 3 7, ਠੀਕ ਹੈ ਨਾ, ਇਹ ਕੀ ਨੇ ਸਾਰੇ ਨੋਨ ਜ਼ੀਰੋ ਨੇ, ਤਾਂ ਡੈਟ ਮੀਨ ਇਹ 'ਚ ਕਿੰਨੀਆਂ ਸਿਗਨੀਫਿਕੈਂਟ ਫਿਗਰਸ ਨੇ 3। ਨੋਨ ਜ਼ੀਰੋ ਜਿਹੜੇ ਹੋਣਗੇ ਸਾਰੇ ਕੀ ਹੁੰਦੇ ਨੇ ਸਿਗਨੀਫਿਕੈਂਟ ਹੁੰਦੇ ਨੇ। ਨੈਕਸਟ ਹੈ ਰੂਲ ਨੰਬਰ 2 ਜ਼ੀਰੋਜ਼ ਪ੍ਰਸੀਡਿੰਗ ਦ ਫਸਟ ਨੋਨ ਜ਼ੀਰੋ ਡਿਜਿਟ। ਅਗਰ ਨੋਨ ਜ਼ੀਰੋ ਡਿਜਿਟ ਹੈ, ਠੀਕ ਹੈ, ਉਹਦੇ ਤੋਂ ਪਹਿਲਾਂ ਕੁਛ ਜ਼ੀਰੋਜ਼ ਆ ਰਹੀਆਂ ਨੇ ਉਹ ਨੋਟ ਸਿਗਨੀਫਿਕੈਂਟ ਹੁੰਦੀਆਂ ਨੇ, ਉਹਨਾਂ ਨੂੰ ਤੁਸੀਂ ਕਾਊਂਟ ਨਹੀਂ ਕਰਨਾ। ਜਿੱਦਾਂ ਐਗਜ਼ਾਮਪਲ 'ਚ ਦੇਖ ਸਕਦੇ ਹੋ ਸਿਰਫ ਲਾਸਟ ਡਿਜਿਟ 3 2 5 ਜਿਹੜੇ ਨੇ ਸਿਗਨੀਫਿਕੈਂਟ ਨੇ, ਜੋ ਅੱਗੇ ਵਾਲੀਆਂ ਜ਼ੀਰੋਜ਼ ਨੇ ਉਹ ਕੀ ਨੇਗੀਆਂ, ਉਹਨਾਂ ਨੂੰ ਅਸੀਂ ਕਾਊਂਟ ਨਹੀਂ ਕਰਾਂਗੇ, ਉਹ ਸਿਗਨੀਫਿਕੈਂਟ ਨਹੀਂ ਹੈਗੀਆਂ। ਰੂਲ ਨੰਬਰ 3 ਹੈ ਜ਼ੀਰੋਜ਼ ਬਿਟਵੀਨ 2 ਨੋਨ ਜ਼ੀਰੋ ਡਿਜਿਟਸ ਆਰ ਸਿਗਨੀਫਿਕੈਂਟ। ਅਗਰ 2 ਨੋਨ ਜ਼ੀਰੋ ਡਿਜਿਟ ਨੇ, ਤੁਸੀਂ ਦੇਖ ਸਕਦੇ ਹੋ 5 ਐਂਡ 1 ਦੇ ਵਿਚਕਾਰ ਜ਼ੀਰੋ ਆ ਰਹੀ ਹੈ, ਅਗਰ 2 ਨੋਨ ਜ਼ੀਰੋ ਦੇ ਵਿਚਕਾਰ ਜ਼ੀਰੋ ਆਏਗੀ ਤਾਂ ਉਹ ਕੀ ਹੁੰਦਾ ਸਿਗਨੀਫਿਕੈਂਟ ਹੋਣਗੇ। ਤੇ ਇੱਥੇ ਕਿੰਨੀਆਂ ਸਿਗਨੀਫਿਕੈਂਟ ਫਿਗਰਸ ਨੇ 3 ਸਿਗਨੀਫਿਕੈਂਟ ਫਿਗਰਸ ਆਰ ਦੇਅਰ। Next is the rule number 4 all the zeros placed at the end or to the right of the number are significant। ਇਹਨਾਂ ਨੇ ਕਿਹਾ ਕਿ ਅਗਰ ਕੋਈ ਪੁਆਇੰਟ ਤੋਂ ਬਾਅਦ ਕੋਈ ਨੰਬਰ ਹੈ ਨੋਨ ਜ਼ੀਰੋ, ਅਗਰ ਉਹਦੇ ਤੋਂ ਬਾਅਦ ਕੋਈ ਜ਼ੀਰੋਜ਼ ਆ ਰਹੀਆਂ ਨੇ ਤਾਂ ਉਹ ਸਿਗਨੀਫਿਕੈਂਟ ਹੋਣਗੀਆਂ। ਤਾਂ ਇਹਦੇ ਵਿੱਚ ਕਿੰਨੀਆਂ ਨੇ, ਦੈਟ ਇਜ਼ 3 ਸਿਗਨੀਫਿਕੈਂਟ ਫਿਗਰਸ ਨੇ। Next is rule number 5 exact number or numbers that are obtained by counting rather than measuring are assumed to have infinite significant figures। अगर कोई एग्जैक्ट नंबर है, सपोज देखो 8 एप्पल्स हैव इनफाइनाइट नंबर ऑफ सिग्निफिकेंट फिगर्स। 8 एप्पल्स ने, एप्पल्स जो है 8 नंबर आए ना, तो 8 ਦੇ ਪਿੱਛੇ अगर पॉइंट लगा के ਤੁਸੀਂ ਜ਼ੀਰੋਜ਼ ਲਗਾ ਰਹੇ ਹੋ, ਕਿੰਨੀਆਂ ਵੀ ਜ਼ੀਰੋਜ਼ ਲੱਗ ਸਕਦੀਆਂ ਨੇ। ਤਾਂ ਇਸ ਕੇਸ ਦੇ ਵਿੱਚ ਜੋ ਹੈ ਇਨਫਾਈਨਾਈਟ ਨੰਬਰ ਆਫ ਸਿਗਨੀਫਿਕੈਂਟ ਫਿਗਰਸ ਜਿਹੜੇ ਨੇ ਹੁੰਦੇ ਆ। ਨੈਕਸਟ ਜੋ ਹੈ ਟੋਪਿਕ ਦੈਟ ਇਜ਼ ਲਾਜ਼ ਆਫ ਕੈਮੀਕਲ ਕੰਬੀਨੇਸ਼ਨ। ਕਿਹੜੇ ਕਿਹੜੇ ਲਾਜ਼ ਨੇ ਗੱਲ ਕਰਾਂਗੇ ਇਹਦੇ ਵਿੱਚ। ਦੈਟ ਇਜ਼ ਲਾਅ ਆਫ ਮਾਸਿਸ ਐਂਡ ਲਾਅ ਆਫ ਡੈਫੀਨੇਟ ਪ੍ਰੋਪੋਰਸ਼ਨਸ। ਇਹ ਅਸੀਂ ਆਲਰੇਡੀ ਲੋਅਰ ਕਲਾਸਿਸ ਦੇ ਵਿੱਚ ਕਰ ਚੁੱਕੇ ਹਾਂ, ਤੁਸੀਂ ਇਹਨਾਂ ਬਾਰੇ ਪੜ੍ਹਿਆ ਹੀ ਹੋਊਗਾ, ਠੀਕ ਹੈ ਨਾ, ਜਾਂ ਤੁਹਾਨੂੰ ਇਹ ਆਉਂਦੇ ਹੀ ਹੋਣਗੇ। ਲਾਅ ਆਫ ਮਾਸਿਸ ਐਂਡ ਲਾਅ ਆਫ ਡੈਫੀਨੇਟ ਪ੍ਰੋਪੋਰਸ਼ਨਸ 9th ਕਲਾਸ ਦੇ ਵਿੱਚ ਹੈਗੇ ਨੇ। ਸੋ ਸਿੰਪਲੀ ਇੱਥੇ ਗੱਲ ਕਰਾਂਗੇ ਕਿ ਲਾਅ ਆਫ ਮਾਸਿਸ ਨੂੰ ਅਸੀਂ ਲਾਅ ਆਫ ਇੰਡਸਟਰਕਟੇਬਿਲਿਟੀ ਆਫ ਮੈਟਰ ਵੀ ਕਿਹਾ ਜਾਂਦਾ ਹੈ। ਐਂਡ ਜੋ ਇਹ ਲਾਅ ਹੈ ਕਿਹਨੇ ਦਿੱਤਾ ਸੀਗਾ, ਦੈਟ ਇਜ਼ ਲਾਅ ਇਜ਼ ਗਿਵਨ ਬਾਏ ਦ ਲੈਵੋਸ਼ੀਅਰ।
ਨੈਕਸਟ ਹੈ ਕਿ ਲਾਅ ਆਫ ਡੈਫੀਨਿਟ ਪ੍ਰੋਪੋਰਸ਼ਨਸ ਔਰ ਕਾਂਸਟੈਂਟ ਕੰਪੋਜੀਸ਼ਨ। ਇਹ ਵਾਲਾ ਲਾਅ ਕਿਹਨੇ ਦਿੱਤਾ ਸੀਗਾ? ਜੋਸੈਫ ਪ੍ਰਾਉਸਟ ਨੇ। ਇਸ ਲਾਅ ਦੇ ਅਕੋਰਡਿੰਗ ਕੀ ਹੈ ਕਿ ਅਗਰ ਕੋਈ ਦੋ ਕੰਪਾਊਂਡਸ ਜਿਹੜੇ ਨੇ ਉਹ ਰਿਐਕਟ ਕਰਦੇ ਨੇ ਐਂਡ ਆਫਟਰ ਜਿਹੜਾ ਹੈ ਪ੍ਰੋਡਕਟਸ ਬਣਦੇ ਨੇ ਤਾਂ ਜੋ ਰਿਐਕਟੈਂਟਸ ਦਾ ਮਾਸ ਹੈ ਪ੍ਰੋਡਕਟਸ ਦੇ ਮਾਸ 'ਤੇ ਕੀ ਹੁੰਦਾ ਹੈਗਾ? ਇਕੁਅਲ। ਇਹਦੇ ਵਿੱਚ ਕੀ ਹੈ? ਲਾਅ ਆਫ ਡੈਫੀਨਿਟ ਪ੍ਰੋਪੋਰਸ਼ਨਸ ਮੀਨਸ ਕੋਈ ਵੀ ਕੰਪਾਊਂਡ ਹੈ ਜਿਹੜੀ ਉਹਦੀ ਕੰਪੋਜੀਸ਼ਨ ਹੈ ਥਰੂ ਆਊਟ ਦਾ ਯੂਨੀਵਰਸ ਥਰੂ ਆਊਟ ਦਾ ਵਰਲਡ ਜੋ ਹੈ ਕੀ ਰਹਿੰਦੀ ਹੈ? ਫਿਕਸਡ ਰਹਿੰਦੀ ਹੈ। ਨੈਕਸਟ ਹੈਗਾ ਦਿਸ ਲਾਅ, ਜਿਹੜਾ ਸੈਕਿੰਡ ਲਾਅ ਦੀ ਗੱਲ ਕਰ ਰਹੇ ਹਾਂ। ਦਿਸ ਲਾਅ ਡਜ਼ ਨਾਟ ਅਪਲਾਈ ਇਫ ਐਨ ਐਲੀਮੈਂਟ ਐਗਜ਼ਿਸਟਸ ਇਨ ਅ ਡਿਫਰੈਂਟ ਆਈਸੋਟੋਪ ਵਿਚ ਮੇ ਫॉर्म ਅ ਕੰਪਾਊਂਡ। ਸੋ ਡਿਫਰੈਂਟ ਅਗਰ ਆਈਸੋਟੋਪਸ ਹੋਣਗੇ ਨਾ ਉਸ ਕੇਸ ਦੇ ਵਿੱਚ ਇਹ ਲਾਅ ਜਿਹੜਾ ਹੈ ਐਪਲੀਕੇਬਲ ਨਹੀਂ ਹੋਏਗਾ, ਮਤਲਬ ਇਹ ਲਾਅ ਕੀ ਹੋ ਜਾਏਗਾ? ਚੇਂਜ ਹੋ ਜਾਏਗਾ। ਉਸ ਕੇਸ ਦੇ ਵਿੱਚ ਉਹਦੀ ਰੇਸ਼ੋ ਜਿਹੜੀ ਹੈਗੀ ਹੈ ਚੇਂਜ ਹੋ ਜਾਏਗੀ, ਠੀਕ ਹੈ ਨਾ। ਆਈਸੋਟੋਪ ਦੇ ਵਿੱਚ ਇਹ ਲਾਅ ਐਪਲੀਕੇਬਲ ਨਹੀਂ ਹੈਗਾ। ਨੈਕਸਟ ਹੈ ਲਾਅ ਆਫ ਮਲਟੀਪਲ ਪ੍ਰੋਪੋਰਸ਼ਨਸ। ਲਾਅ ਆਫ ਜੋ ਮਲਟੀਪਲ ਪ੍ਰੋਪੋਰਸ਼ਨਸ ਹੈ ਕਿਹਨੇ ਦਿੱਤਾ ਸੀਗਾ? ਡਾਲਟਨ ਨੇ। ਡਾਲਟਨ ਦੇ ਅਕੋਰਡਿੰਗ ਕੀ ਸੀ? ਕਹਿੰਦਾ ਵੈਨ ਟੂ ਐਲੀਮੈਂਟਸ ਕੰਬਾਈਨ ਟੂ ਫॉर्म ਮੋਰ ਦੈਨ ਵਨ ਕੈਮੀਕਲ ਕੰਪਾਊਂਡ ਦੈਨ ਦ ਮਾਸਿਸ ਆਫ ਵਨ ਆਫ ਦ ਐਲੀਮੈਂਟਸ ਦੈਟ ਕੰਬਾਈਨ ਵਿਦ ਦ ਫਿਕਸਡ ਮਾਸ ਆਫ ਦ ਅਦਰ ਐਲੀਮੈਂਟ ਬੀਅਰਸ ਦ ਸੇਮ ਰੇਸ਼ੋ। ਇਹਦੇ ਵਿੱਚ ਕੀ ਦਿੱਤਾ ਹੋਇਆ? ਦੈਟ ਇਜ਼ ਫਿਕਸਡ ਰੇਸ਼ੋ ਜਾਂ ਸਿੰਪਲ, ਸੇਮ ਨਹੀਂ ਸਿੰਪਲ ਰੇਸ਼ੋ, ਠੀਕ ਹੈ। ਦੈਟ ਮੀਨ ਐਗਜ਼ਾਮਪਲ ਦੇ ਨਾਲ ਟਰਾਈ ਕਰਦੇ ਨੂੰ ਸਮਝਣ ਦੀ। ਦੈਟ ਇਜ਼ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿੱਦਾਂ ਹੁਣ ਕਾਰਬਨ ਹੈ, ਕਾਰਬਨ ਅਤੇ ਆਕਸੀਜਨ ਦੋਨੋਂ ਰਿਐਕਟ ਕਰਨਗੇ। ਹੋ ਸਕਦਾ ਦੋ ਕੰਪਾਊਂਡ ਬਣਾਉਣਗੇ ਉਹ, ਮਤਲਬ ਦੋ ਤਰ੍ਹਾਂ ਦੇ ਕੰਪਾਊਂਡ ਬਣਾ ਸਕਦੇ ਨੇ। CO2 ਵੀ ਬਣਾ ਸਕਦੇ ਨੇ, CO ਵੀ ਬਣਾ ਸਕਦੇ ਨੇ, ਠੀਕ ਹੈ। ਜਦੋਂ ਤਾਂ CO2 ਬਣਦਾ ਹੈ, ਠੀਕ ਹੈ ਨਾ, ਉਦੋਂ ਕੀ ਹੁੰਦਾ ਹੈ? ਕਾਰਬਨ ਇੱਥੇ 12 ਕਰ ਲਿਓ, ਠੀਕ ਹੈ, ਇੱਥੇ ਆ ਜਾਊਗਾ 12 ਕਾਰਬਨ ਫਿਕਸ ਹੈ ਉਰੇ, ਠੀਕ ਹੈ। ਕਾਰਬਨ ਦੇ ਅਸੀਂ ਲਏ ਨੇ 12 ਪਾਰਟਸ ਅਤੇ ਜਦੋਂ ਆਕਸੀਜਨ ਦੇ 32 ਪਾਰਟਸ ਜਿਹੜੇ ਨੇ ਉਹ ਕਾਰਬਨ ਦੇ 12 ਪਾਰਟਸ ਨਾਲ ਰਿਐਕਟ ਕਰਨਗੇ ਤਾਂ CO2 ਬਣੇਗਾ, ਠੀਕ ਹੈ। ਅਗਰ ਕਾਰਬਨ ਦੇ 12 ਪਾਰਟਸ ਆਕਸੀਜਨ ਦੇ 16 ਪਾਰਟਸ ਨਾਲ ਰਿਐਕਟ ਕਰਨਗੇ ਤਾਂ ਉਹ ਕਾਰਬਨ ਮੋਨੋਆਕਸਾਈਡ ਬਣੇਗਾ। ਦੈਟ ਮੀਨ ਜੇ ਆਪਾਂ 32 ਪਾਰਟਸ ਦੀ ਅਤੇ 16 ਪਾਰਟਸ ਦੀ ਰੇਸ਼ੋ ਲਈਏ ਤਾਂ 2:1, ਤਾਂ ਜਿਹੜੀ ਇਹ ਰੇਸ਼ੋ ਹੈ ਸਿੰਪਲ ਰੇਸ਼ੋ ਕੰਸੀਡਰ ਕੀਤੀ ਜਾਂਦੀ ਹੈ। ਸਿੰਪਲ ਮੀਨਸ ਇੰਟੈਗਰਲ ਸਿੰਪਲ ਆਇਆ, ਨੋ ਫਰੈਕਸ਼ਨ ਟਾਈਪ, ਓਕੇ। ਸੋ ਦੈਟ ਮੀਨ ਥਰੂ ਆਊਟ ਦਾ ਯੂਨੀਵਰਸ ਵਰਲਡ ਇਹ ਜਿਹੜੀ ਕੰਪੋਜੀਸ਼ਨ ਹੈ ਇਹ ਕੀ ਕਰੇਗੀ? ਸੇਮ ਹੀ ਰਹੇਗੀ, ਫਿਕਸਡ ਰਹੇਗੀ। ਨੈਕਸਟ ਜੋ ਹੈ that is law of combining volume, law of combining volume ਜਾਂ ਫਿਰ ਇਹਨੂੰ ਗੇ ਲੂਸੈਕਸ law of combining volume ਵੀ ਕਿਹਾ ਜਾਂਦਾ ਹੈ। ਇਹਦੇ ਵਿੱਚ ਹੁੰਦਾ ਕੀ ਹੈ? when gases combine are produced under similar conditions of temperature and pressure, volume of reactive gases as well as product bear the simple ratio to one another। ਇਹਦੇ ਵਿੱਚ ਕੀ ਹੁੰਦਾ? ਜਿਵੇਂ ਵੋਲਿਊਮ ਦੀ ਗੱਲ ਕੀਤੀ ਗਈ ਹੈ ਕਿ ਅਗਰ ਸਾਡੇ ਕੋਲ H2 ਹੈ, H2 ਦਾ 1 ਵੋਲਿਊਮ ਤੁਸੀਂ ਲਿਆ, ਕਲੋਰੀਨ ਦਾ ਤੁਸੀਂ 1 ਵੋਲਿਊਮ ਲਿਆ ਐਂਡ ਜਦੋਂ ਪ੍ਰੋਡਕਟ ਬਣਦਾ ਦੈਟ ਇਜ਼ HCl ਬਣਦਾ ਹੈ। HCl ਕਿਵੇਂ ਬਣੂਗਾ? 2 ਵੋਲਿਊਮ, ਠੀਕ ਹੈ। ਇਹਦੇ ਅੱਗੇ ਦੇਖੋ 2 ਲੱਗਿਆ ਹੋਇਆ, 2 ਵੋਲਿਊਮ ਨੇ ਇਹਦੇ। ਦੈਟ ਮੀਨ ਜਿਹੜੀ ਰੇਸ਼ੋ ਹੈ ਨਾ ਉਹ ਰਹਿੰਦੀ ਹੈ 1:1:2। ਇਹ ਰੇਸ਼ੋ ਜਿਹੜੀ ਹੈਗੀ ਆ ਸਿੰਪਲ ਰੇਸ਼ੋ ਆ ਐਂਡ ਇਹ ਵੀ ਕੀ ਹੋਏਗੀ? ਫਿਕਸ ਹੋਏਗੀ ਅੰਡਰ ਸਿਮਿਲਰ ਕੰਡੀਸ਼ਨਸ ਐਂਡ ਟੈਂਪਰੇਚਰ। ਮਤਲਬ ਸੇਮ ਕੰਡੀਸ਼ਨ, ਸਿਮਿਲਰ ਕੰਡੀਸ਼ਨ ਦੇ ਵਿੱਚ ਇਹ ਰੇਸ਼ੋ ਜਿਹੜੀ ਹੈਗੀ ਚੇਂਜ ਨਹੀਂ ਹੋਏਗੀ। ਨੈਕਸਟ ਜੋ ਹੈ ਦੈਟ ਇਜ਼ ਡਾਲਟਨ ਅਟੋਮਿਕ ਥਿਊਰੀ। ਡਾਲਟਨ ਨੇ ਕੁਛ ਲਾਜ਼ ਦਿੱਤੇ ਸੀਗੇ, ਇਹ ਵੀ ਅਸੀਂ ਆਲਰੇਡੀ 9th ਦੇ ਵਿੱਚ ਸਟੱਡੀ ਕੀਤੇ ਹੋਏ ਨੇ। ਸੋ ਇਹਨਾਂ ਲਾਜ਼ ਨੂੰ ਡਿਸਕਸ ਕਰ ਲੈਂਦੇ ਹਾਂ। ਫਸਟ ਲਾਅ ਕੀ ਸੀ? ਮੈਟਰ ਕੰਸਿਸਟਸ ਆਫ ਐਕਸਟ੍ਰੀਮਲੀ ਸਮਾਲ ਇੰਡੀਵਿਜ਼ੀਬਲ ਐਂਡ ਇੰਡਸਟਰਕਟੀਬਲ ਪਾਰਟੀਕਲਸ ਕਾਲਡ ਐਟਮਸ। ਡਾਲਟਨ ਨੇ ਕਿਹਾ ਸੀ ਕਿ ਜੋ ਵੀ ਐਟਮ ਹੁੰਦਾ ਉਸ ਨੂੰ ਅਸੀਂ ਡਿਵਾਈਡ ਫਰਦਰ ਨਹੀਂ ਕਰ ਸਕਦੇ, ਇੰਡਸਟਰਕਟੀਬਲ ਹੁੰਦਾ ਉਹ, ਠੀਕ ਹੈ ਜੀ। ਸੈਕਿੰਡ ਹੈ ਕਿ ਐਟਮਸ ਆਫ ਦ ਸੇਮ ਐਲੀਮੈਂਟ ਆਰ ਆਇਡੈਂਟੀਕਲ ਇਨ ਸ਼ੇਪ, ਸਾਈਜ਼ ਐਂਡ ਮਾਸ। ਅਗਰ ਇੱਕ ਸੇਮ ਐਲੀਮੈਂਟ ਆ ਉਹਦੇ ਜਿੰਨੇ ਵੀ ਐਟਮਸ ਹੋਣਗੇ ਉਹਨਾਂ ਦਾ ਮਾਸ, ਉਹਨਾਂ ਦਾ ਜੋ ਸ਼ੇਪ ਹੈ, ਸਾਈਜ਼ ਹੈ, ਸਭ ਕੀ ਹੋਏਗਾ? ਇਕੁਅਲ ਹੋਏਗਾ। ਨੈਕਸਟ ਹੈ ਕਿ ਐਟਮਸ ਆਫ ਡਿਫਰੈਂਟ ਐਲੀਮੈਂਟ ਹੈਵ ਡਿਫਰੈਂਟ। ਅਗਰ ਡਿਫਰੈਂਟ ਐਲੀਮੈਂਟਸ ਨੇ ਉਹਨਾਂ ਦੇ ਐਟਮਸ ਵੀ ਕੀ ਹੋਣਗੇ? ਡਿਫਰੈਂਟ ਸਾਈਜ਼ਸ ਦੇ ਹੋਣਗੇ ਐਂਡ ਉਹਨਾਂ ਦੀਆਂ ਕੈਮੀਕਲ ਪ੍ਰੋਪਰਟੀਜ਼ ਵੀ ਡਿਫਰੈਂਟ ਹੋਣਗੀਆਂ। ਨੈਕਸਟ ਹੈ ਕਿ ਐਟਮਸ ਆਫ 2 or more ਐਲੀਮੈਂਟਸ ਕੰਬਾਈਨ ਇਨ ਅ ਫਿਕਸਡ ਰੇਸ਼ੋ ਟੂ ਫॉर्म ਅ ਕੰਪਾਊਂਡ। ਅਲੱਗ-ਅਲੱਗ ਐਲੀਮੈਂਟਸ ਦੇ ਜਿਹੜੇ ਅਲੱਗ-ਅਲੱਗ ਐਟਮਸ ਨੇ ਉਹ ਕੰਬਾਈਨ ਕਰਦੇ ਨੇ ਇੱਕ ਫਿਕਸਡ ਰੇਸ਼ੋ ਦੇ ਵਿੱਚ। ਜਿਵੇਂ ਵਾਟਰ ਦੇ ਵਿੱਚ H ਹੋ ਗਿਆ, ਆਕਸੀਜਨ 'ਚ O2 ਹੋ ਗਿਆ, ਓਕੇ। ਜਦੋਂ ਦੋਨੋਂ ਰਿਐਕਟ ਕਰਨਗੇ ਉਹ ਫਿਕਸਡ ਜਿਹੜੀ ਆ ਰੇਸ਼ੋ ਦੇ ਵਿੱਚ ਹੀ ਰਿਐਕਟ ਕਰਨਗੇ। 1:8 ਇਹਦੇ ਵਿੱਚ ਹੀ ਕੀ ਕਰਨਗੇ? ਉਹ ਰਿਐਕਟ ਕਰਨਗੇ। ਨੈਕਸਟ ਹੈ ਕਿ ਦੈਟ ਇਜ਼ ਐਟਮਸ ਆਫ 2 and
ਇਹ ਹੋ ਗਿਆ ਐਟਮਸ ਕੈਨ ਨਾਈਦਰ ਬੀ ਕ੍ਰੀਏਟਡ ਨੋਰ ਬੀ ਡਿਸਟਰੋਇਡ। ਸੋ ਐਟਮਸ ਨੂੰ ਨਾ ਤਾਂ ਕ੍ਰੀਏਟ ਕੀਤਾ ਜਾ ਸਕਦਾ ਨਾ ਹੀ ਇਹਨਾਂ ਨੂੰ ਅਸੀਂ ਡਿਸਟਰੋਏ ਕੀਤਾ ਜਾ ਸਕਦਾ। ਚੇਂਜ ਹੋ ਸਕਦੇ ਨੇ ਇਹ ਐਂਡ ਬਟ ਕ੍ਰੀਏਟ ਤੇ ਡਿਸਟਰੋਏ ਨਹੀਂ ਹੁੰਦੇ। ਕੈਮੀਕਲ ਰਿਐਕਸ਼ਨ ਇਨਵੋਲਵਡ ਕੰਬੀਨੇਸ਼ਨ ਸੈਪਰੇਸ਼ਨ ਔਰ ਰੀਅਰੇਂਜਮੈਂਟ। ਜਦੋਂ ਵੀ ਕੋਈ ਕੈਮੀਕਲ ਰਿਐਕਸ਼ਨ ਹੁੰਦੀ ਹੈ ਉਹਦੇ ਵਿੱਚ ਹੋ ਸਕਦਾ ਅਲੱਗ-ਅਲੱਗ ਐਲੀਮੈਂਟਸ ਦੇ ਜਾਂ ਜਿਹੜੇ ਐਟਮਸ ਨੇ ਉਹ ਕੰਬਾਈਨ ਹੋ ਜਾਣ, ਸੈਪਰੇਟ ਹੋ ਜਾਣ, ਠੀਕ ਹੈ। ਸੋ ਇਹ ਹੋ ਸਕਦਾ ਰੀਅਰੇਂਜਮੈਂਟ ਹੋ ਜਾਏ ਐਟਮਸ ਦੀ, ਇਹ ਪੋਸੀਬਲ ਹੈਗੇ ਨੇ। ਨੈਕਸਟ ਹੈ ਦੈਟ ਇਜ਼ ਲਿਮਿਟੇਸ਼ਨਸ ਕੀ ਨੇ ਇਸ ਥਿਊਰੀ ਦੀਆਂ। ਫਸਟ ਲਿਮਿਟੇਸ਼ਨ ਹੈ ਇਟ ਐਕਸਪਲੇਨਸ ਦ ਲਾਜ਼ ਆਫ ਕੈਮੀਕਲ। ਕੀ ਨੇ ਲਾਜ਼ ਜਿਹੜੇ ਨੇ ਕੈਮੀਕਲ ਕੰਬੀਨੇਸ਼ਨ ਦੇ, ਉਹ ਮਾਸਿਸ ਦੇ ਬੇਸ 'ਤੇ ਤਾਂ ਦੱਸੇ ਨੇ ਬਟ ਗੈਸ਼ੀਅਸ ਜਾਂ ਵੋਲਿਊਮ ਦੇ ਬੇਸ 'ਤੇ ਇਹਨਾਂ ਨੂੰ ਡਿਸਕਸ ਨਹੀਂ ਕੀਤਾ। ਨੈਕਸਟ ਹੈ ਕਿ ਜੋ ਵੀ ਡਜ਼ ਨਾਟ ਐਕਸਪਲੇਨ ਵਾਈ ਐਟਮਸ ਆਫ ਡਿਫਰੈਂਟ ਐਲੀਮੈਂਟ। ਇਹਨਾਂ ਨੇ ਇਹ ਨਹੀਂ ਐਕਸਪਲੇਨ ਕੀਤਾ ਕਿ ਜੋ ਅਲੱਗ-ਅਲੱਗ ਐਲੀਮੈਂਟਸ ਨੇ ਉਹਨਾਂ ਦੇ ਅਲੱਗ-ਅਲੱਗ ਐਟਮਸ ਦਾ ਸਾਈਜ਼ ਜਿਹੜਾ ਹੈ, ਮਾਸ ਜਿਹੜਾ ਹੈ ਉਹ ਡਿਫਰੈਂਟ ਕਿਉਂ ਹੈ। ਨੈਕਸਟ ਲਿਮਿਟੇਸ਼ਨ ਇਹ ਹੈ ਕਿ ਡਜ਼ ਨਾਟ ਐਕਸਪਲੇਨ ਹਾਊ ਐਂਡ ਵਾਈ ਐਟਮਸ ਆਫ ਡਿਫਰੈਂਟ ਐਲੀਮੈਂਟ ਕੰਬਾਈਨ ਟੂ ਫੋਰਮ। ਕਿ ਅਲੱਗ-ਅਲੱਗ ਐਲੀਮੈਂਟਸ ਜਿਹੜੇ ਨੇ, ਅਲੱਗ-ਅਲੱਗ ਉਹਨਾਂ ਦੇ ਐਟਮ ਜਿਹੜੇ ਨੇ ਉਹ ਕੰਬਾਈਨ ਕਰਕੇ, ਠੀਕ ਹੈ, ਕੰਪਾਊਂਡਸ ਬਣਾਉਂਦੇ ਨੇ। ਇਹਦੇ ਬਾਰੇ ਕੋਈ ਡਿਸਕਸ਼ਨ ਜਿਹੜੀ ਹੈ ਉਹ ਨਹੀਂ ਦਿੱਤੀ ਗਈ। fails to explain the nature of bonding forces between the atom and molecules and which accounts for the existence of the three states of matter। ਸੋ ਜਿਹੜੀ ਵੀ ਫੋਰਸਿਸ ਨੇ, ਜੋ ਵੀ ਸੋਲਿਡ, ਲਿਕੁਇਡ ਜਾਂ ਗੈਸ਼ੀਅਸ ਦੇ ਵਿੱਚ ਐਟਮਸ ਦੇ ਵਿਚਕਾਰ ਹੁੰਦੀਆਂ ਨੇ, ਬੌਂਡਿੰਗ ਹੁੰਦੀ ਹੈ, ਉਹਦੇ ਬਾਰੇ ਇਹਨਾਂ ਨੇ ਕੋਈ ਵੀ ਡਿਸਕਸ਼ਨ ਜਿਹੜੀ ਹੈ ਨਹੀਂ ਦਿੱਤੀ, ਫੇਲ ਰਹੇ ਐਕਸਪਲੇਨ ਕਰਨ ਦੇ ਵਿੱਚ। ਨੈਕਸਟ ਹੈ ਕਿ ਮੇਕਸ ਨੋ ਡਿਸਟਿੰਕਸ਼ਨ ਬਿਟਵੀਨ ਦਾ ਅਲਟੀਮੇਟ ਪਾਰਟੀਕਲਸ ਆਫ ਐਨ ਐਲੀਮੈਂਟ ਔਰ ਏ ਕੰਪਾਊਂਡ। ਜੋ ਵੀ ਪਾਰਟੀਕਲਸ ਹੁੰਦੇ ਨੇ ਐਲੀਮੈਂਟ ਦੇ, ਕੰਪਾਊਂਡ ਦੇ, ਉਹਨਾਂ ਦੇ ਵਿੱਚ ਇਹਨਾਂ ਨੇ ਕੋਈ ਡਿਸਟਿੰਕਸ਼ਨ ਜਿਹੜੀ ਹੈਗੀ ਹੈ ਨਹੀਂ ਕੀਤੀ। ਨੈਕਸਟ ਆ ਜਾਂਦਾ ਲਾਸਟ ਟੋਪਿਕ ਦੈਟ ਇਜ਼ ਮਾਡਰਨ ਅਟੋਮਿਕ ਥਿਊਰੀ, ਜਿਹਦੇ ਵਿੱਚ ਕੁਛ ਲਾਜ਼ ਦਿੱਤੇ ਨੇ। ਦੈਟ ਇਜ਼ ਫਸਟ ਜਿਹੜਾ ਲਾਅ ਹੈ ਦੈਟ ਇਜ਼ ਐਨ ਐਟਮ ਇਜ਼ ਨੋ ਲੋਂਗਰ ਕੰਸੀਡਰਡ ਇੰਡੀਵਿਜ਼ੂਅਲ। ਇਹਨਾਂ ਨੇ ਕਿਹਾ ਕਿ ਐਟਮ ਡਾਲਟਨ ਥਿਊਰੀ ਤੋਂ ਬਾਅਦ ਹੀ ਆਈ ਸੀ ਮਾਡਰਨ, ਜਿਹੜੀਆਂ ਉਹਦੀ ਕੁਛ ਲਿਮਿਟੇਸ਼ਨਸ ਨੇਗੀਆਂ ਉਹਨਾਂ ਨੂੰ ਓਵਰਕਮ ਕਰਨ ਵਾਸਤੇ। ਇੱਕ ਐਟਮ ਜਿਹੜਾ ਹੈ ਉਹਨੂੰ ਇਹਨਾਂ ਨੇ ਕਿਹਾ ਕਿ ਇੰਡੀਵਿਜ਼ੀਬਲ ਜਿਹੜਾ ਹੈ ਨਹੀਂ ਹੁੰਦਾ, ਡਿਵਾਈਡ ਕਰ ਸਕਦੇ ਹਾਂ ਅਸੀਂ। ਦੈਟ ਇਜ਼ ਇਲੈਕਟ੍ਰੋਨ, ਪ੍ਰੋਟੋਨ ਐਂਡ ਨਿਊਟਰੋਨ ਉਹਦੇ ਅੰਦਰ ਹੁੰਦੇ ਨੇ। ਐਟਮਸ ਆਫ ਦਾ ਸੇਮ ਐਲੀਮੈਂਟ ਮੇ ਹੈਵ ਡਿਫਰੈਂਟ ਅਟੋਮਿਕ ਮਾਸਿਸ। ਉਹਨਾਂ ਨੇ ਕਿਹਾ ਕਿ ਜੋ ਸੇਮ ਐਲੀਮੈਂਟ ਦੇ ਐਟਮਸ ਨੇ ਉਹਨਾਂ ਦਾ ਜਿਹੜਾ ਹੈ ਡਿਫਰੈਂਟ ਅਟੋਮਿਕ ਮਾਸਿਸ ਹੋ ਸਕਦੇ ਨੇ। ਮਤਲਬ ਇਹ ਆਈਸੋਟੋਪਸ ਦੀ ਗੱਲ ਕਰ ਰਿਹਾ। ਅਗਰ ਐਟਮ ਡਿਫਰੈਂਟ ਐਲੀਮੈਂਟ ਦੇ ਐਟਮ ਦਾ ਸਾਈਜ਼ ਵੀ ਸੇਮ ਹੋ ਸਕਦਾ ਹੈ, ਇਹਦੇ ਵਿੱਚ ਕੀ ਆ ਜਾਂਦਾ ਦੈਟ ਇਜ਼ ਆਈਸੋਬਾਰਸ। ਜਿੱਦਾਂ ਕੈਲਸ਼ੀਅਮ ਤੇ ਆਰਗਨ ਦੋਨੋਂ ਅਲੱਗ-ਅਲੱਗ ਨੇ ਬਟ ਇਹਨਾਂ ਦਾ ਮਾਸ ਕੀ ਹੈ, ਸੇਮ ਹੈ। Next ਹੈ the ratio in which the different atoms of different element combine may be fixed and integral but may not always be simple। ਜੋ ਰੇਸ਼ੀਓ ਹੈ ਹੋ ਸਕਦਾ ਉਹ ਫਿਕਸ ਹੋਵੇ, ਇੰਟੈਗਰਲ ਫਾਰਮ 'ਚ ਹੋਵੇ, ਬਟ ਹਮੇਸ਼ਾ ਜਿਹੜੀ ਹੈ ਸਿੰਪਲ ਨਹੀਂ ਹੁੰਦੀ। ਜਿੱਦਾਂ ਕਿ ਸ਼ੂਗਰ ਕੇਨ ਦੇ ਵਿੱਚ ਦੇਖ ਸਕਦੇ ਹੋ C12H22O11 ਕਿਹੜੀ ਰੇਸ਼ੀਓ ਹੈ, 12:22:11। ਸੋ ਇਹ ਰੇਸ਼ੀਓ ਨੂੰ ਆਪਾਂ ਸਿੰਪਲ ਨਹੀਂ ਕਹਿ ਸਕਦੇ। The atom is the smallest particle that take part in chemical reaction। ਐਟਮ ਜਿਹੜਾ ਹੈ ਇਹ ਸਮੋਲੈਸਟ ਪਾਰਟੀਕਲ ਹੈ ਜਿਹੜਾ ਕੈਮੀਕਲ ਰਿਐਕਸ਼ਨ ਦੇ ਵਿੱਚ ਪਾਰਟੀਸਪੇਟ ਕਰਦਾ ਹੈ, ਪਾਰਟ ਲੈਂਦਾ ਹੈ। ਨੈਕਸਟ ਹੈ ਕਿ ਐਟਮਸ ਆਫ ਐਨ ਐਲੀਮੈਂਟ ਕੈਨ ਬੀ ਚੇਂਜਡ ਇਨਟੂ ਅਨਦਰ। ਜਿਹੜੇ ਐਲੀਮੈਂਟ ਨੇ, ਜਿਹੜੇ ਐਟਮਸ ਨੇ ਕਿਸੇ ਵੀ ਐਲੀਮੈਂਟ ਦੇ, ਉਹ ਕੀ ਹੋ ਸਕਦੇ ਨੇ, ਚੇਂਜ ਹੋ ਸਕਦੇ ਨੇ ਕਿਸੇ ਹੋਰ ਫਾਰਮ ਦੇ ਵਿੱਚ, ਅਨਦਰ ਫਾਰਮ ਦੇ ਵਿੱਚ। ਸੋ ਨੈਕਸਟ ਜਿਹੜਾ ਹੈ ਦੈਟ ਇਜ਼ ਇਹ ਸੀਗਾ ਮਾਡਰਨ ਅਟੋਮਿਕ ਥਿਊਰੀ ਬਾਰੇ ਡਿਸਕਸ਼ਨ। ਸੋ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਕਰ ਦਿਓ, ਸਬਸਕ੍ਰਾਈਬ ਕਰ ਦਿਓ, ਕਮੈਂਟ ਐਂਡ ਸ਼ੇਅਰ ਵੀ ਕਰ ਦਿਓ, ਠੀਕ ਹੈ ਜੀ। ਥੈਂਕ ਯੂ ਸਟੂਡੈਂਟ, ਥੈਂਕ ਯੂ ਅਲੋਟ।